ਵਾਹਿਗੁਰੂ 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 ਵਾਹਿਗੁਰੂ। ਸਤਿਕਾਰਯੋਗ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਹੁਕਮਾਂ ਅਨੁਸਾਰ ਸਜਾਈ ਗਈ ਸ੍ਰਿਸ਼ਟੀ ਵਿੱਚ ਕਲਯੁਗ ਦੇ ਸਮੇਂ ਗੁਰੂ ਜੀ ਦੀ ਅਗਵਾਈ ਕਰ ਰਹੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੇ ਮਨੁੱਖੀ ਜੀਵਾਂ ਨੂੰ ਚਮਤਕਾਰੀ ਦਾਤਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਅਸੀਂ ਪਹਿਚਾਣ ਹੀ ਨਹੀਂ ਕਰ ਸਕੇ। ਸਾਨੂੰ ਗੁਰੂ ਜੀ ਸਮਝਾਉਂਦੇ ਹਨ ਕਿ ਅਕਾਲ ਪੁਰਖ ਨੇ ਸਾਨੂੰ 3 ਬੱਬੇ ਦਿੱਤੇ ਨੇ, ਜਿਹੜੇ ਕਿ ਬਿਲਕੁਲ ਐਨ ਚਮਤਕਾਰੀ ਨੇ। ਭਾਵ ਕਿ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਮਝਾਉਂਦੇ ਨੇ ਕਿ ਬੱਬਾ ਬਾਟਾ, ਅਕਾਲ ਪੁਰਖ ਨੇ ਸਾਨੂੰ ਬਾਟਾ ਦਿੱਤਾ ਸਰਬਲੋਹ ਦਾ, ਜਿਹਦੇ ਵਿੱਚ ਅਸੀਂ ਅੰਮ੍ਰਿਤ ਤਿਆਰ ਕਰਦੇ ਹਾਂ। ਉਸ ਵਿੱਚ ਅੰਮ੍ਰਿਤ ਪਾਉਣਾ ਸੀ ਤਾਂ ਉਸ ਤੋਂ ਭਾਵ ਕੀ ਆ ਕਿ ਬਾਟੇ ਨੂੰ ਅਸੀਂ ਸਰਫ ਦੇ ਨਾਲ ਜਾਂ ਹੋਰ ਕੋਈ ਚੀਜ਼ ਨਾਲ, ਪਾਣੀ ਨਾਲ ਦੇ ਨਹੀਂ ਧੋਂਦੇ, ਉਸ ਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰ ਲੈਂਦੇ ਹੈਗੇ ਆ। ਜਦੋਂ ਉਸ ਨੂੰ ਸਾਫ਼ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਅਸੀਂ ਜਿਹੜੀ ਵੀ ਚੀਜ਼ ਖਾਂਦੇ ਹਾਂ ਉਹ ਸਾਨੂੰ ਕਿਸੇ ਪ੍ਰਕਾਰ ਦੀ ਬਿਮਾਰੀ ਲਾਗੇ ਨਹੀਂ ਆਉਣ ਦਿੰਦੇ। ਅੰਮ੍ਰਿਤ ਭਾਵ ਕਿ ਸਾਨੂੰ ਮੋਇਆਂ ਨੂੰ ਜਿੰਦੇ ਵੀ ਕਰਾ ਦਿੰਦੇ ਨੇ ਤੇ ਸਾਨੂੰ ਅਮਰ ਵੀ ਕਰਾ ਦਿੰਦੇ ਨੇ। ਬਾਟੇ ਬਾਰੇ ਅਸੀਂ ਸਾਰੇ ਜਾਣੇ ਭੁੱਲ ਚੁੱਕੇ ਹਾਂ, ਜਦ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਸ ਸਰਬਲੋਹ ਦੇ ਬਰਤਨ ਬਣਾਉਣ ਵਾਸਤੇ ਖੜੂਏ ਦੇ ਇੱਕ ਲੁਹਾਰ ਨੂੰ ਅਸ਼ੀਰਵਾਦ ਦਿੱਤੀ ਸੀ, ਬਖਸ਼ੀਸ਼ ਵੀ ਦਿੱਤੀ ਸੀਗੀ ਕਿ ਭਾਈ ਤੂੰ ਕਿਤੇ ਜਾਣਾ ਨਹੀਂ, ਸਰਬਲੋਹ ਦੇ ਬਰਤਨ ਤਿਆਰ ਕਰ। ਉਹ ਕਹਿੰਦਾ ਇਹ ਖਰੀਦਣੇ ਕਹਿੰਦੇ ਕਿਸੇ ਨੇ ਵੀ ਨਹੀਂ, ਕੋਈ ਇਹਨਾਂ ਨੂੰ ਪਸੰਦ ਹੀ ਨਹੀਂ ਕਰ ਰਿਹਾ। ਉਹ ਕਹਿੰਦੇ ਲੋਹੇ ਦੇ ਭਾਅ ਸੋਨੇ ਦੇ ਭਾਅ ਕੇ ਤੇਰਾ ਲੋਹਾ ਵਿਕੂਗਾ। ਦੇਖੋ ਕਿ ਜੋ ਨਾ ਸੋਨਾ ਉਸ ਵੇਲੇ ਤੋਲਾ ਹੁੰਦਾ ਸੀਗਾ ਜਾਂ ਸੋਨੇ ਦਾ ਰੇਟ ਸੀ, ਉਹਦੇ ਹਿਸਾਬ ਨਾਲ ਜੇਕਰ ਅਸੀਂ ਅੱਜ ਵੀ ਲਾਈਏ ਤਾਂ ਸਾਨੂੰ ਇਹ ਸਰਬਲੋਹ ਉਹਦੇ ਬਰਾਬਰ ਹੀ ਇੱਕ ਕਿਸਮ ਦਾ ਪੈ ਜਾਂਦਾ। ਅਤੇ ਇਹਦੇ ਨਾਲ ਸਾਨੂੰ ਕਿਸੇ ਪ੍ਰਕਾਰ ਦੀਆਂ ਬਿਮਾਰੀਆਂ ਨਹੀਂ ਆਉਂਦੀਆਂ। ਕਦੀ ਵੀ ਜੋ ਅਸਲੀ ਬਾਟੇ ਵਾਲਾ ਖਾਲਸਾ ਹੋਏਗਾ, ਜਿਹੜਾ ਬਾਟੇ ਦੀ ਵਰਤੋਂ ਕਰਦਾ, ਉਹ ਕਦੇ ਵੀ ਕਿਸੇ ਵੀ ਡਾਕਟਰ ਦੀ ਲਾਈਨ ਦੇ ਵਿੱਚ ਨਹੀਂ ਲੱਗਾ ਹੋਇਆ ਕਿ ਮੈਂ ਦਵਾਈ ਲੈਣੀ ਆ। ਪਰ ਇਹ ਆ ਕਿ ਉਹ ਅਸਲੀ ਖਾਲਸਾ ਹੋਵੇ ਅਤੇ ਬਾਟੇ ਦੀ ਵਰਤੋਂ ਕਰਦਾ ਹੋਵੇ ਸਰਬਲੋਹ ਦੀ। ਫਿਰ ਸਾਨੂੰ ਗੁਰੂ ਜੀ ਨੇ ਦੂਸਰਾ ਬੱਬਾ ਦਿੱਤਾ ਕਿ ਬਾਣਾ। ਬਾਣੇ ਦੇ ਵਿੱਚ ਅਸੀਂ ਜਿਸ ਨੂੰ ਗੁਰਮੁਖ ਕਈ ਤਾਂ ਕਹਿੰਦੇ ਨੇ ਕਿ ਨੱਕ ਸਕੋੜ ਕੇ ਦੇਖਦੇ ਨੇ, ਤੁਸੀਂ ਤਾਂ ਮਾਡਰਨ ਜੱਥੇ ਤਿਆਰ ਕਰਨੇ ਨੇ ਕੀਰਤਨ ਕਰਨ ਵਾਲੇ ਵੀ, ਕਿ ਜਿਹੜੇ ਜੀਨ ਦੀਆਂ ਪੈਂਟਾਂ ਪਾਉਣਗੇ। ਭਾਵ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਦਾਤ ਦੀ ਬਖਸ਼ਿਸ਼ ਦਿੱਤੀ ਆ, ਉਸ ਨੂੰ ਅਸੀਂ ਭੁੱਲ ਰਹੇ ਹਾਂ, ਰਾਹੇ ਤੋਂ ਕਰਾਹੇ ਪੈ ਰਹੇ ਹਾਂ। ਹੁਣ ਜਿਹੜਾ ਚੋਲਾ ਹੈਗਾ ਆ, ਇਹ ਪਾਉਣ ਦੇ ਨਾਲ ਸਾਨੂੰ ਕੀ ਦਾਤਾ, ਇਹਦੇ ਵਿੱਚ ਕੀ, ਇਸੇ ਦੇ ਗੁਣ ਕੀ ਹੈਗੇ ਆ, ਸਾਨੂੰ ਭੇਦ ਨਹੀਂ। ਕਿ ਜਿਹੜਾ ਡੇਂਗੂ ਬੁਖਾਰ ਹੁੰਦਾ ਆ, ਅੱਜ ਕੱਲ੍ਹ ਸਾਰੇ ਡਾਕਟਰ ਵੀ ਸਮਝਾ ਰਹੇ ਨੇ ਕਿ ਭਾਈ ਆਪਣੀਆਂ ਬਾਹਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਢੱਕ ਕੇ ਰੱਖੋ, ਆਪਣੀਆਂ ਲੱਤਾਂ ਨੂੰ ਢੱਕ ਕੇ ਰੱਖੋ। ਅਤੇ ਜਿਸ ਵੇਲੇ ਅਸੀਂ ਆਮ ਤੌਰ 'ਤੇ ਪਹਿਲਾਂ ਵੀ ਦੇਖਿਆ ਸੀ ਕਿ ਆਪਾਂ ਡੰਗਰਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਰੱਖੇ ਹੋਏ ਨੇ, ਕਿ ਉਹਨਾਂ ਦੀ ਧਾਰ ਕੱਢਦਾ, ਦੁੱਧ ਚੋਣ ਵੇਲੇ ਉਹਨਾਂ ਨੂੰ ਕੱਪੜੇ ਦੀ ਉਹਨੂੰ ਝੱਲ ਮਾਰਦੇ ਆ। ਅਤੇ ਸਾਡੇ ਇਹ ਕੱਪੜਾ ਜਿਹੜਾ ਚੋਲਾ ਹੈਗਾ, ਇਹ ਖੁੱਲ੍ਹਾ ਹੋਣ ਦੇ ਨਾਤੇ ਸਾਡੇ ਲਾਗੇ ਕਿਸੇ ਪ੍ਰਕਾਰ ਦਾ ਕੋਈ ਵੀ ਜਾਨਵਰ ਨਹੀਂ ਆਉਂਦਾ। ਅਤੇ ਜੇਕਰ ਅਸੀਂ ਪਜਾਮੀ ਵੀ ਪਾਉਂਦੇ ਹੈਗੇ ਆ ਤਾਂ ਸਾਡੇ ਉਹ ਵੀ ਬਿਲਕੁਲ ਟਾਈਟ ਹੁੰਦੀ ਆ। ਲੜਾਈ ਦੇ ਜੰਗ ਦੇ ਮੈਦਾਨਾਂ ਵਿੱਚ ਵੀ ਇਹ ਕੱਪੜੇ ਪਹਿਨਣ ਦੇ ਨਾਲ ਅਸੀਂ ਚੁਸਤੀ ਫੁਰਤੀਲੇਪਨ ਸਾਡੇ ਵਿੱਚ ਆਉਂਦਾ, ਅਤੇ ਅਸੀਂ ਬਿਮਾਰੀਆਂ ਤੋਂ ਵੀ ਰਹਿਤ ਹੁੰਦੇ ਹੈਗੇ ਆ। ਤੀਸਰਾ ਜਿਹੜਾ ਸੀਗਾ ਕਿ ਉਹਨਾਂ ਨੇ ਸਾਨੂੰ ਇੱਕ ਬੱਬਾ ਹੋਰ ਦਿੱਤਾ, ਬਖਸ਼ਿਸ਼ ਕੀਤੀ, ਜੋ ਅਕਾਲ ਪੁਰਖ ਦੀ ਸੀ, ਕਿ ਆਪਾਂ ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਦੇ ਨਾਲ ਆਪਾਂ ਨਾ ਸਰਵਣ ਕਰੀਏ ਜਾਂ ਪੜ੍ਹੀਏ, ਸਮਝੀਏ, ਤਾਂ ਜਿਹੜੇ 52 ਅੱਖਰੀ ਹੈਗੀ ਆ, ਗੌੜੀ ਰਾਗ ਦੇ ਵਿੱਚ ਦੱਸਦੇ ਨੇ ਕਿ ਭਾਈ ਉਹ 52 ਅੱਖਰਾਂ ਦੇ ਵਿੱਚੋਂ ਅਸੀਂ ਆਮ ਤੌਰ 'ਤੇ ਕਹਿ ਰਹੇ ਹੈਗੇ ਆ ਗੰਗਾ, ਜਿੰਝਾਂ, ਨਾਣਾ ਇਹ ਖਾਲੀ ਨੇ, ਜਦ ਕਿ ਉਹ ਕਹਿੰਦੇ ਨੇ ਨਹੀਂ, ਖਾਲੀ ਕੋਈ ਵੀ ਨਹੀਂ ਗਾ, ਉਹ ਸਾਨੂੰ ਭੇਦ ਦੇ ਰਹੇ ਨੇ। ਹੁਣ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਤੀਸਰਾ ਬੱਬਾ ਬਾਣੀ ਦਿੱਤੀ, ਸਾਨੂੰ ਇਹ ਵੀ ਨਹੀਂ ਭੇਦ ਕਿ ਅਸੀਂ ਬਾਣੀ ਕਿਹੜੀ ਲੈਣੀ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਅਗਵਾਈ ਕਰ ਰਹੇ ਨੇ। ਇਹਨਾਂ ਤੋਂ ਪੁੱਛੋ, ਉਹ ਦੱਸਦੇ ਨੇ, ਉਹ ਕਹਿੰਦੇ ਨੇ ਗੁਰਮੁਖ ਪਿਆਰਿਓ, ਜੇਕਰ ਤੁਸੀਂ
ਸੱਚੀ ਬਾਣੀ ਧੁਰ ਕੀ ਬਾਣੀ ਸਰਵਣ ਕਰੋਗੇ ਤੇ ਤੁਹਾਨੂੰ ਇਸ ਸੰਸਾਰ ਦੇ ਵਿੱਚ ਵੀ ਕੋਈ ਰੋਗ ਨਹੀਂ ਰਹੂਗਾ। ਤਾਂ ਮਨ ਤੇ ਤਨ ਤੁਹਾਡਾ ਬਿਲਕੁਲ ਪਵਿੱਤਰ ਹੋ ਜਾਏਗਾ ਤੇ ਤੁਸੀਂ ਅਮਰ ਵੀ ਹੋ ਜਾਓਗੇ, ਜਨਮ ਮਰਨ ਦੇ ਵਿੱਚੋਂ ਵੀ ਰਹਿਤ ਹੋ ਜਾਓਗੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਹੜੀ ਧੁਰ ਕੀ ਬਾਣੀ ਹੈਗੀ ਆ ਉਹ ਸੱਚੀ ਬਾਣੀ ਉਹ ਆ ਜਿਹੜੀ ਪਰਮਾਤਮਾ ਨੇ ਆਪ ਖੁਦ ਆਵਾਜ਼ ਉਚਰੀ ਹੋਈ ਆ, ਜਿਸ ਨੂੰ ਆਪਾਂ ਆਨੰਦ ਸ਼ਬਦ ਕਹਿੰਦੇ ਹਾਂ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਜਿਹੜੇ ਹੈਗੇ ਨੇ ਸਾਡੇ ਕੋਲ ਬਾਟੇ ਹੈਗੇ ਨੇ, ਉਹ ਜਿਹੜੇ ਹੈਗੇ ਨੇ ਕਿ ਆਪਾਂ ਕੌਲੀਆਂ ਟਾਈਪ ਵੀ ਲੈਂਦੇ ਹੈਗੇ ਆ। ਆਮ ਤੌਰ 'ਤੇ ਦੇਖਣ ਨੂੰ ਇਸ ਤਰ੍ਹਾਂ ਲੱਗ ਰਹੀ ਆ ਕਿ ਜਿਵੇਂ ਇਹ ਬਿਲਕੁਲ ਸਟੀਲ ਦਾ ਬਾਟਾ ਹੁੰਦਾ, ਲੇਕਿਨ ਇਹ ਛੋਟਾ ਥੋੜ੍ਹਾ ਜਿਹਾ ਰੱਖਿਆ ਕਿ ਤਾਂ ਕਿ ਇਹਦੀ ਕੌਲੀਆਂ ਦੇ ਥਾਂ 'ਤੇ ਵੀ ਵਰਤੋਂ ਕੀਤੀ ਜਾ ਸਕੇ। ਇਹਦੇ ਵਿੱਚ ਤੁਸੀਂ ਮੰਨ ਲਓ ਕਿ ਗਰਮ ਚਾਹ ਪਾਤੀ, 1 ਮਿੰਟ ਦੇ ਵਿੱਚ ਵਿੱਚ ਇਹ ਪਿਆ ਹੀ ਪੀਣ ਯੋਗ ਹੋ ਜਾਂਦੀ ਆ ਅਤੇ ਬਾਟਾ ਸਾਰਾ ਗਰਮ ਹੋ ਜਾਂਦਾ। ਜੇਕਰ ਤੁਸੀਂ ਇਹਦੇ ਵਿੱਚ ਆਈਸ ਕ੍ਰੀਮ ਪਾ ਲਈ ਤਾਂ ਉਹ ਵੀ ਤੁਹਾਡੇ ਸਰੀਰ ਨੂੰ ਜਿੰਨੀ ਠੰਡਕ ਚਾਹੀਦੀ ਆ ਉਨੀ ਹੀ ਠੰਡੀ ਰਹਿਣ ਦੇਗਾ, ਬਾਕੀ ਦੇ ਸਾਰੇ ਉਹ ਠੰਡੇ ਆਪ ਚੂਸ ਲੈਂਦਾ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਚਮਤਕਾਰੀ ਬਾਟੇ ਨੇ, ਚਮਤਕਾਰੀ 3 ਬੱਬੇ ਨੇ, ਬਾਣਾ ਤੇ ਬਾਣੀ। ਸਾਨੂੰ ਇਹ ਅਤੀ ਲੋੜੀਂਦਾ ਆ ਕਿ ਆਪਾਂ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਜਿਹੜੀ ਆ ਇਸ ਨੂੰ ਆਪਾਂ ਅਪਣਾਈਏ ਤੇ ਆਪਾਂ ਮਨ ਤੇ ਤਨ ਨੂੰ ਆਪਾਂ ਸ਼ੁੱਧ ਰੱਖੀਏ, ਉਸ ਬਾਣੀ ਨੂੰ ਵੀ ਸਦਾ ਸੁਣਦੇ ਰਹੀਏ। ਤੇ ਉਹ ਬਾਣੀ ਪ੍ਰਾਪਤ ਕਰਨ ਦੇ ਵਾਸਤੇ ਸਾਨੂੰ ਕਰਨਾ ਕੀ ਪੈਂਦਾ ਕਿ ਸਿਮਰਨ। ਆਪਾਂ ਗੁਰਮਤਿ ਦ੍ਰਿੜ ਕਰਦੇ ਆ ਤਾਂ ਆਪਾਂ ਗੁਰਮਤਿ ਦ੍ਰਿੜ ਕਰਕੇ ਹੀ ਆਪਾਂ ਨਾਮ ਜਿਹੜਾ ਹੈਗਾ ਆ, ਜਿਹਨੂੰ ਕਹਿੰਦੇ ਹਾਂ ਅਨੰਦ ਸ਼ਬਦ ਹੈਗਾ ਆ, ਉਹ ਅਸੀਂ ਜਿਹਨੂੰ ਗੁਰੂ ਸ਼ਬਦ ਵੀ ਕਿਹਾ ਜਾਂਦਾ ਹੈਗਾ, ਅਸੀਂ ਉਹ ਸੁਣਨਾ ਤਾਂ ਉਸੇ ਨੂੰ ਹੀ ਗੁਰੂ ਦੀ ਸੰਗਤ ਕਿਹਾ ਜਾਂਦਾ। ਸੋ ਆਪਾਂ ਇਹ ਸਾਰੇ ਜਾਣੇ ਕਰੀਏ ਜੀ। ਇਹ ਜਿਹੜਾ ਹੈਗਾ ਅਸੀਂ ਕਰਾਂਗੇ ਤੇ ਸੰਸਾਰ ਦੇ ਵਿੱਚ ਸਾਡਾ ਮਨੁੱਖੀ ਜੀਵ ਬਣ ਕੇ ਆਉਣ ਦਾ ਫਾਇਦਾ ਹੋ ਜਾਏਗਾ ਕਿ ਪਈ ਪ੍ਰਾਪਤ ਮਾਨੁਖ ਦਰਿਆ ਗੋਬਿੰਦ ਮਿਲਣ ਕੀ ਤੇਰੀ ਵਰਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਤ ਭਜ ਕੇਵਲ ਨਾਮ ਸੋ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਬਿਲਕੁਲ ਹੀ ਸਾਇਲੈਂਟ, ਆਵਾਜ਼ ਬਾਹਰ ਨਹੀਂ ਕੱਢਣੀ। ਤੇ ਸਾਨੂੰ ਆਪਣੀ ਜੋ ਆਵਾਜ਼ ਕਹਿ ਰਿਹਾ ਇਸ ਨੂੰ ਸੁਣਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਅੰਦਰੋਂ ਆਵਾਜ਼ ਸਾਡੀ ਸੁਣਾਈ ਦੇਗੀ, ਉਹ ਸੱਚੀ ਬਾਣੀ ਆ। ਤੇ ਸਾਡਾ ਮਨ ਦੇ ਤਨ ਬਿਲਕੁਲ ਜਿਹੜਾ ਹੈਗਾ ਰੋਗ ਹੋ ਜਾਏਗਾ। ਸੋ ਇਹ ਵਿਚਾਰ ਕਰਦੇ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣੀਆਂ। ਸੰਗਤ ਤੇ ਗੁਰੂ ਜੀ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਜਿਸ ਦੇ ਬਾਰੇ ਹੋਰ ਕੋਈ ਵਿਚਾਰ ਕਰਨੀ ਹੋਵੇ ਜਾਂ ਪ੍ਰੈਕਟੀਕਲ ਕਰਨਾ ਹੋਵੇ ਤਾਂ ਮਿਲ ਸਕਦੇ ਹੋ, ਕੰਟੈਕਟ ਕਰ ਸਕਦੇ ਹੋ। ਟੈਲੀਫੋਨ ਨੰਬਰ 97791 41501। YouTube 'ਤੇ ਭਾਈ ਗੁਰਮੇਲ ਸਿੰਘ PMKC ਬ੍ਰਾਹਮਣ ਨਿਕਾ ਚਾਓ, ਤੁਸੀਂ ਇਹ 'ਤੇ ਵੀ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।